प्यारे विद्यार्थियों, मेरा नाम दिनेश बांसल है। साइंस अध्यापक, सरकारी सीनियर सेकेंडरी स्मार्ट स्कूल अवल खराना, लड़के, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਅੱਜ ਅਸੀਂ ਜਮਾਤ 8ਵੀਂ ਅਧਿਆਏ 2 ਸੂਖਮ ਜੀਵ, ਮਿੱਤਰ ਅਤੇ ਦੁਸ਼ਮਣ ਦੀ ਦੁਹਰਾਈ ਕਰਾਂਗੇ। ਇਸ ਅਧਿਆਏ ਵਿੱਚ ਅਸੀਂ ਪੜ੍ਹਿਆ ਹੈ ਕਿ ਸੂਖਮ ਜੀਵ ਕਿਸ ਤਰ੍ਹਾਂ ਸਾਡੇ ਮਿੱਤਰ ਹਨ ਅਤੇ ਕਿਸ ਤਰ੍ਹਾਂ ਸਾਡੇ ਦੁਸ਼ਮਣ ਵੀ ਹਨ। ਤੁਸੀਂ ਇਸ ਤਸਵੀਰ ਵਿੱਚ ਛੋਟੇ ਛੋਟੇ ਜੀਵ ਦੇਖ ਰਹੇ ਹੋਵੋਗੇ, ਜਿਨ੍ਹਾਂ ਨੂੰ ਸੂਖਮ ਜੀਵ ਆਖਿਆ ਜਾਂਦਾ ਹੈ। ਸੂਖਮ ਜੀਵ ਉਹ ਜੀਵ ਹਨ ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ। ਇਹਨਾਂ ਨੂੰ ਸੂਖਮਦਰਸ਼ੀ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ। ਇਸ ਵਿੱਚ ਤੁਹਾਨੂੰ ਸੂਖਮਦਰਸ਼ੀ ਦੀ ਤਸਵੀਰ ਵੀ ਦਿਖਾਈ ਗਈ ਹੈ। ਆਓ ਅਸੀਂ ਇਸ ਅਧਿਆਏ 'ਤੇ ਆਧਾਰਿਤ MCQ ਦੀ ਦੁਹਰਾਈ ਕਰੀਏ ਅਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਕੁਐਸਚਨ ਨੰਬਰ 1, ਖਮੀਰ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ। ਸੱਜੇ ਪਾਸੇ ਤੁਹਾਨੂੰ ਇੱਕ ਤਸਵੀਰ ਦਿਖਾਈ ਗਈ ਹੈ ਜੋ ਕਿ ਖਮੀਰ ਦੀ ਹੈ। ਇਸ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ। ਚੀਨੀ ਦੇ ਲਈ, ਸ਼ਰਾਬ ਦੇ ਲਈ, ਹਾਈਡਰੋਕਲੋਰਿਕ ਐਸਿਡ ਦੇ ਲਈ, ਆਕਸੀਜਨ ਦੇ ਲਈ। ਕੀ ਤੁਸੀਂ ਦੱਸ ਸਕਦੇ ਹੋ ਕਿ ਸਹੀ ਉੱਤਰ ਕਿਹੜਾ ਹੈ? ਬਿਲਕੁਲ ਸਹੀ, ਖਮੀਰ ਦੀ ਵਰਤੋਂ ਸ਼ਰਾਬ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਕੁਐਸਚਨ ਨੰਬਰ 2, ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਹਕ ਹੈ। ਪਿਆਰੇ ਵਿਦਿਆਰਥੀਓ, ਕੀ ਤੁਸੀਂ ਦੱਸ ਸਕਦੇ ਹੋ ਪ੍ਰੋਟੋਜ਼ੋਆ ਕੀ ਹੈ? ਪ੍ਰੋਟੋਜ਼ੋਆ ਵੀ ਸੂਖਮ ਜੀਵਾਂ ਦਾ ਇੱਕ ਵਰਗ ਹੈ। ਅਸੀਂ ਇਸ ਅਧਿਆਏ ਦੇ ਸ਼ੁਰੂ ਵਿੱਚ ਸੂਖਮ ਜੀਵਾਂ ਨੂੰ 4 ਭਾਗਾਂ ਵਿੱਚ ਵਰਗੀਕ੍ਰਿਤ ਕੀਤਾ ਸੀ। ਜੀਵਾਣੂ, ਪ੍ਰੋਟੋਜ਼ੋਆ, ਉੱਲੀਆਂ ਅਤੇ ਕਾਈ। ਮਲੇਰੀਆ ਇੱਕ ਤਰ੍ਹਾਂ ਦਾ ਰੋਗ ਹੈ ਜੋ ਕਿ ਪ੍ਰੋਟੋਜ਼ੋਆ ਦੁਆਰਾ ਹੁੰਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਦਾ ਵਾਹਕ ਕੌਣ ਹੈ? ਮਾਦਾ ਐਨਫਲਾਈਨਸ ਮੱਛਰ, ਕੋਕਰੋਚ, ਘਰੇਲੂ ਮੱਖੀ, ਤਿਤਲੀ। ਤੁਹਾਨੂੰ ਇਸ ਤਸਵੀਰ ਤੋਂ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਹਕ ਕੌਣ ਹੈ? ਬਿਲਕੁਲ ਸਹੀ ਬੇਟਾ, ਮਾਦਾ ਐਨਫਲਾਈਨਸ ਮੱਛਰ। ਕੁਐਸਚਨ ਨੰਬਰ 3, ਹੇਠ ਲਿਖਿਆਂ ਵਿੱਚੋਂ ਕਿਹੜਾ ਰੋਗ ਜੀਵਾਣੂ ਦੁਆਰਾ ਹੁੰਦਾ ਹੈ? ਅਸੀਂ ਇਸ ਅਧਿਆਏ ਵਿੱਚ ਪੜ੍ਹਿਆ ਹੈ ਕਿ ਸੂਖਮ ਜੀਵਾਂ ਕਾਰਨ ਪੌਦਿਆਂ ਵਿੱਚ, ਜੰਤੂਆਂ ਵਿੱਚ ਅਤੇ ਮਨੁੱਖਾਂ ਵਿੱਚ ਕਈ ਤਰ੍ਹਾਂ ਦੇ ਰੋਗ ਹੁੰਦੇ ਨੇ।
ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚੋਂ ਜੀਵਾਣੂ ਦੁਆਰਾ ਹੋਣ ਵਾਲਾ ਰੋਗ ਕਿਹੜਾ ਹੈ? ਇਸ ਚਿੱਤਰ ਦੇ ਵਿੱਚ ਤੁਹਾਨੂੰ ਜੀਵਾਣੂ ਦਿਖਾਏ ਗਏ ਨੇ। ਬਿਲਕੁਲ ਸਹੀ ਬੇਟਾ, ਟੀਬੀ ਦਾ ਰੋਗ ਜੀਵਾਣੂਆਂ ਦੁਆਰਾ ਹੁੰਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਪੋਲੀਓ ਦਾ ਰੋਗ, ਮਲੇਰੀਆ ਅਤੇ ਮੀਸਲ ਕਿਹੜੇ ਸੂਖਮ ਜੀਵਾਂ ਕਾਰਨ ਹੁੰਦੇ ਹਨ? ਪੋਲੀਓ ਦਾ ਰੋਗ ਵਿਸ਼ਾਣੂ ਦੁਆਰਾ ਹੁੰਦਾ ਹੈ। ਮਲੇਰੀਆ, ਜੋ ਕਿ ਅਸੀਂ ਕੁਐਸਚਨ ਨੰਬਰ 2 ਵਿੱਚ ਪੜ੍ਹਿਆ ਸੀ, ਪ੍ਰੋਟੋਜ਼ੋਆ ਦੁਆਰਾ ਹੁੰਦਾ ਹੈ। ਇਸੇ ਤਰ੍ਹਾਂ ਮੀਸਲਜ਼ ਨਾਮ ਦਾ ਰੋਗ ਵੀ ਵਿਸ਼ਾਣੂਆਂ ਦੁਆਰਾ ਹੁੰਦਾ ਹੈ। ਕੁਐਸਚਨ ਨੰਬਰ 4, ਕੁਝ ਪੌਦੇ ਦੀਆਂ ਜੜ੍ਹਾਂ ਵਿੱਚ ਨਾਈਟ੍ਰੋਜਨ ਸਥਿਰੀਕਰਨ ਬੈਕਟੀਰੀਆ ਹੁੰਦੇ ਹਨ। ਇਹਨਾਂ ਬੈਕਟੀਰੀਆ ਨੂੰ ਕੀ ਕਹਿੰਦੇ ਹਨ? ਪਿਆਰੇ ਵਿਦਿਆਰਥੀਓ, ਕੀ ਤੁਹਾਨੂੰ ਨਾਈਟ੍ਰੋਜਨ ਸਥਿਰੀਕਰਨ ਬਾਰੇ ਪਤਾ ਹੈ? ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਨਾਈਟ੍ਰੋਜਨ ਸਥਿਰੀਕਰਨ ਕੀ ਹੁੰਦਾ ਹੈ? ਨਾਈਟ੍ਰੋਜਨ ਸਥਿਰੀਕਰਨ ਦੇ ਵਿੱਚ ਕੁਝ ਬੈਕਟੀਰੀਆ ਦੁਆਰਾ, ਕੁਝ ਜੀਵਾਣੂਆਂ ਦੁਆਰਾ ਵਾਯੂਮੰਡਲ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਸਥਿਰ ਕੀਤਾ ਜਾਂਦਾ ਹੈ। ਇਹ ਫਲੀਦਾਰ ਪੌਦਿਆਂ ਵਿੱਚ ਨਾਈਟ੍ਰੋਜਨ ਨੂੰ ਸਥਿਰ ਕਰਨ ਦਾ ਕੰਮ ਕਰਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮ ਜੀਵ ਨਾਈਟ੍ਰੋਜਨ ਸਥਿਰੀਕਰਨ ਵਿੱਚ ਸਹਾਇਕ ਹੁੰਦਾ ਹੈ? ਐਜ਼ੋਟੋਬੈਕਟਰ, ਨਾਈਟ੍ਰੋਸੋਮੇਨਸ, ਰਾਈਬੋਜ਼ੋਬੀਅਮ, ਇਹਨਾਂ ਵਿੱਚੋਂ ਕੋਈ ਨਹੀਂ। ਇਸ ਚਿੱਤਰ ਵਿੱਚ ਵੀ ਤੁਹਾਨੂੰ ਨਾਈਟ੍ਰੋਜਨ ਸਥਿਰੀਕਰਨ ਦੀ ਪ੍ਰਕਿਰਿਆ ਦਿਖਾਈ ਗਈ ਹੈ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਬੈਕਟੀਰੀਆ ਨਾਈਟ੍ਰੋਜਨ ਸਥਿਰੀਕਰਨ ਵਿੱਚ ਸਹਾਇਕ ਹੁੰਦਾ ਹੈ? ਬਿਲਕੁਲ ਸਹੀ ਬੇਟਾ, ਰਾਈਬੋਜ਼ੋਬੀਅਮ। ਨਾਈਟ੍ਰੋਜਨ ਦੀ ਵਰਤੋਂ ਪ੍ਰੋਟੀਨ ਅਤੇ ਹੋਰ ਯੌਗਿਕਾਂ ਦਾ ਸੰਸ਼ਲੇਸ਼ਣ ਲਈ ਕੀਤਾ ਜਾਂਦਾ ਹੈ, ਜੋ ਕਿ ਭੂਮੀ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਸਥਿਰ ਰੱਖਦੇ ਹਨ ਅਤੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਕੁਐਸਚਨ ਨੰਬਰ 5, ਕਿਹੜਾ ਜੀਵਾਣੂ ਦੁੱਧ ਤੋਂ ਦਹੀਂ ਬਣਾਉਣ ਵਿੱਚ ਸਹਾਇਕ ਹੁੰਦਾ ਹੈ? ਤੁਸੀਂ ਅਕਸਰ ਹੀ ਆਪਣੇ ਮਾਤਾ ਜੀ ਨੂੰ ਦੁੱਧ ਤੋਂ ਦਹੀਂ ਬਣਾਉਣ ਦੇ ਦੇਖਿਆ ਹੋਵੇਗਾ। ਕੀ ਤੁਹਾਡੇ ਵਿੱਚੋਂ ਕੋਈ ਵਿਦਿਆਰਥੀ ਦੱਸ ਸਕਦਾ ਹੈ ਕਿ ਤੁਹਾਡੇ ਮਾਤਾ ਜੀ ਦੁੱਧ ਤੋਂ ਦਹੀਂ ਕਿਸ ਤਰ੍ਹਾਂ ਬਣਾਉਂਦੇ ਹਨ? ਅਸੀਂ ਅਕਸਰ ਹੀ ਦੇਖਦੇ ਹਾਂ ਕਿ ਦੁੱਧ ਤੋਂ ਦਹੀਂ ਬਣਾਉਣ ਦੇ ਲਈ ਇੱਕ ਸੂਖਮ ਜੀਵ ਸਹਾਇਕ ਹੁੰਦਾ ਹੈ। ਤੁਸੀਂ ਵੇਖਿਆ ਹੋਵੇਗਾ ਕਿ ਤੁਹਾਡੇ ਮਾਤਾ ਜੀ ਰਾਤ ਨੂੰ ਜਾਗ ਦੀ ਵਰਤੋਂ ਕਰਕੇ ਦੁੱਧ ਨੂੰ ਦਹੀਂ ਦੇ ਵਿੱਚ ਪਰਿਵਰਤਿਤ ਕਰ ਦਿੰਦੇ ਹਨ ਅਤੇ ਉਹ ਉਸ ਨੂੰ ਇੱਕ ਗਰਮ ਥਾਂ 'ਤੇ ਰੱਖ ਦਿੰਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜਾ ਜੀਵਾਣੂ ਇਹਨਾਂ ਵਿੱਚੋਂ ਦੁੱਧ ਤੋਂ ਦਹੀਂ ਬਣਾਉਣ ਵਿੱਚ ਸਹਾਇਕ ਹੁੰਦਾ ਹੈ? ਚਿੱਤਰ ਦੇ ਵਿੱਚ ਤੁਹਾਨੂੰ ਦੁੱਧ ਤੋਂ ਦਹੀਂ ਬਣਾਉਣ ਵਾਲੇ ਜੀਵਾਣੂ ਦੀ ਸ਼ਕਲ ਦਿਖਾਈ ਗਈ ਹੈ। ਰਾਈਬੋਜ਼ੋਬੀਅਮ, ਲੈਕਟੋਬੈਸਿਲਸ, ਵਿਬਰੋ ਕਲੋਰਾਏ, ਬੈਸਿਲਸ। ਬਿਲਕੁਲ ਸਹੀ ਬੇਟਾ, ਲੈਕਟੋਬੈਸਿਲਸ ਨਾਮਕ
ਜੀਵਾਣੂ ਦੁੱਧ ਤੋਂ ਦਹੀਂ ਬਣਾਉਣ ਦੇ ਵਿੱਚ ਸਹਾਇਕ ਹੁੰਦਾ ਹੈ। ਕੁਐਸਚਨ ਨੰਬਰ 6, ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ? ਕੁਐਸਚਨ ਨੰਬਰ 1 ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਖਮੀਰ ਦੀ ਵਰਤੋਂ ਸ਼ਰਾਬ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਕਿਰਿਆ ਨੂੰ ਕੀ ਆਖਿਆ ਜਾਂਦਾ ਹੈ? ਨਾਈਟ੍ਰੋਜਨ ਦਾ ਸਥਿਰੀਕਰਨ, ਉੱਲੀ ਦਾ ਉਗਣਾ, ਖਮੀਰੀਕਰਨ ਕਿਰਿਆ, ਲਾਗ ਦਾ ਹੋਣਾ। ਜਿਵੇਂ ਕਿ ਤੁਹਾਨੂੰ ਚਿੱਤਰ ਦੇ ਵਿੱਚ ਦਿਖਾਇਆ ਗਿਆ ਹੈ, ਸ਼ੂਗਰ ਖੰਡ ਪਲਸ ਯੀਸਟ ਖਮੀਰ ਪਲਸ ਬਰਾਬਰ ਅਲਕੋਹਲ ਸ਼ਰਾਬ। ਇਸ ਕਿਰਿਆ ਦੌਰਾਨ ਆਪਣੇ ਕੋਲੇ ਸ਼ਰਾਬ ਦਾ ਨਿਰਮਾਣ ਕੀਤਾ ਜਾਂਦਾ ਹੈ। ਕੀ ਤੁਸੀਂ ਇਸ ਕਿਰਿਆ ਦਾ ਨਾਮ ਦੱਸ ਸਕਦੇ ਹੋ? ਬਿਲਕੁਲ ਸਹੀ ਬੇਟਾ, ਖਮੀਰੀਕਰਨ ਕਿਰਿਆ। ਇਸ ਕਿਰਿਆ ਦੌਰਾਨ ਇੱਕ ਗੈਸ ਵੀ ਪੈਦਾ ਹੁੰਦੀ ਹੈ। ਕੁਐਸਚਨ ਨੰਬਰ 7, ਬ੍ਰੈਡ ਜਾਂ ਇਡਲੀ ਦੇ ਰੱਖੇ ਆਟੇ ਦੇ ਫੁੱਲਣ ਦਾ ਕਾਰਨ ਹੈ। ਤੁਸੀਂ ਇਸ ਚਿੱਤਰ ਦੇ ਵਿੱਚ ਦੇਖ ਰਹੇ ਹੋਵੋਗੇ, ਬ੍ਰੈਡ ਜਾਂ ਇਡਲੀ ਦਾ ਜਦੋਂ ਆਟਾ ਆਪਾਂ ਗੁੰਨ ਕੇ ਰੱਖਦੇ ਹਾਂ ਤਾਂ ਉਹ ਕੁਝ ਸਮੇਂ ਬਾਅਦ ਫੈਲ ਜਾਂਦਾ ਹੈ। ਕੀ ਤੁਸੀਂ ਇਸ ਦੇ ਫੁੱਲਣ ਦਾ ਕਾਰਨ ਦੱਸ ਸਕਦੇ ਹੋ? ਤਾਪ, ਪੀਸਣ ਕਰਕੇ, ਖਮੀਰ ਸੈੱਲਾਂ ਦਾ ਵਾਧਾ, ਗੁੰਨਣ ਕਰਕੇ। ਜਿਵੇਂ ਕਿ ਅਸੀਂ ਕੁਐਸਚਨ ਨੰਬਰ 1 ਦੇ ਵਿੱਚ ਵੀ ਦੇਖਿਆ ਸੀ ਕਿ ਅਸੀਂ ਖਮੀਰ ਦੀ ਵਰਤੋਂ ਬ੍ਰੈਡ ਜਾਂ ਇਡਲੀ ਦੇ ਗੁੰਨ ਕੇ ਰੱਖੇ ਆਟੇ ਵਿੱਚ ਵੀ ਕਰਦੇ ਹਾਂ। ਇਸ ਦੀ ਵਰਤੋਂ, ਖਮੀਰ ਦੀ ਵਰਤੋਂ ਅਸੀਂ ਸ਼ਰਾਬ ਬਣਾਉਣ ਦੇ ਵਿੱਚ ਵੀ ਕਰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹਦੇ ਫੁੱਲਣ ਦਾ ਕਾਰਨ ਕੀ ਹੈ? ਕੀ ਉਹ ਤਾਪ ਕਰਕੇ ਫੁੱਲ ਜਾਂਦਾ ਹੈ? ਕੀ ਉਹ ਪੀਸਣ ਕਰਕੇ ਫੁੱਲ ਜਾਂਦਾ ਹੈ? ਕੀ ਉਸ ਦੇ ਵਿੱਚ ਖਮੀਰ ਸੈੱਲਾਂ ਦਾ ਵਾਧਾ ਹੁੰਦਾ ਹੈ? ਕੀ ਉਹ ਗੁੰਨਣ ਕਰਕੇ ਫੁੱਲ ਜਾਂਦਾ ਹੈ? ਕੀ ਤੁਸੀਂ ਇਸ ਦਾ ਕਾਰਨ ਦੱਸ ਸਕਦੇ ਹੋ? ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ। ਇਸ ਦੇ ਫੁੱਲਣ ਦਾ ਕਾਰਨ ਖਮੀਰ ਸੈੱਲਾਂ ਦਾ ਵਾਧਾ ਹੈ। ਖਮੀਰ ਸੈੱਲਾਂ ਦੇ ਵਾਧੇ ਕਰਕੇ ਇਹ ਫੁੱਲ ਜਾਂਦਾ ਹੈ। ਖਮੀਰ ਬੜੀ ਤੇਜ਼ੀ ਨਾਲ ਜਨਨ ਕਿਰਿਆ ਕਰਦੇ ਨੇ ਅਤੇ ਜਿਸ ਕਰਕੇ ਕੀ ਹੈ, ਇਹ ਫੁੱਲ ਜਾਂਦਾ ਹੈ। ਕੁਐਸਚਨ ਨੰਬਰ 8, ਹੇਠ ਲਿਖਿਆਂ ਵਿੱਚੋਂ ਕਿਹੜਾ ਭੋਜਨ ਸੁਰੱਖਿਅਤ ਰੱਖਣ ਦਾ ਤਰੀਕਾ ਨਹੀਂ ਹੈ? ਨਮਕ ਦੀ ਵਰਤੋਂ ਕਰਕੇ, ਚੀਨੀ ਦੀ ਵਰਤੋਂ ਕਰਕੇ, ਉਬਾਲ ਕੇ, ਤਾਪ ਅਤੇ ਠੰਡਕ ਦੀ ਵਰਤੋਂ ਕਰਕੇ। ਅਸੀਂ ਅਕਸਰ ਹੀ ਆਪਣੇ ਘਰਾਂ ਵਿੱਚ ਭੋਜਨ ਨੂੰ ਸੁਰੱਖਿਅਤ ਰੱਖਣ ਦੇ ਕਈ ਢੰਗ ਅਪਣਾਉਂਦੇ ਹਾਂ। ਕੀ ਅਸੀਂ ਨਮਕ ਦੀ ਵਰਤੋਂ ਕਰਕੇ ਭੋਜਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ? ਕੀ ਅਸੀਂ ਚੀਨੀ ਦੀ ਵਰਤੋਂ ਕਰਕੇ ਭੋਜਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ? ਕੀ ਅਸੀਂ ਉਬਾਲ ਕੇ ਭੋਜਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ? ਕੀ ਅਸੀਂ ਤਾਪ ਅਤੇ ਠੰਡਕ ਦੀ ਵਰਤੋਂ ਕਰਕੇ ਭੋਜਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ? ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚੋਂ ਭੋਜਨ ਸੁਰੱਖਿਅਤ ਰੱਖਣ ਦਾ ਤਰੀਕਾ ਕਿਹੜਾ ਨਹੀਂ ਹੈ? ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਅਸੀਂ ਨਮਕ ਦੀ ਵਰਤੋਂ ਭੋਜਨ ਸੁਰੱਖਿਅਤ ਕਰਨ ਦੇ ਲਈ ਵੀ ਕਰਦੇ ਹਾਂ। ਇਸੇ ਤਰ੍ਹਾਂ ਅਸੀਂ ਚੀਨੀ ਦੀ ਵਰਤੋਂ ਵੀ ਭੋਜਨ ਸੁਰੱਖਿਅਤ ਕਰਨ ਦੇ ਲਈ ਵੀ ਕਰਦੇ ਹਾਂ।
ਅਤੇ ਤਾਪ ਅਤੇ ਠੰਡਕ ਦੀ ਵਰਤੋਂ ਵੀ ਅਸੀਂ ਭੋਜਨ ਸੁਰੱਖਿਅਤ ਕਰਨ ਦੇ ਲਈ ਕਰਦੇ ਹਾਂ, ਕਿਉਂਕਿ ਇਹਨਾਂ ਦੀ ਵਰਤੋਂ ਕਰਨ ਨਾਲ ਸੂਖਮ ਜੀਵਾਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਉਹ ਮਰ ਜਾਂਦੇ ਹਨ। ਲੇਕਿਨ ਅਸੀਂ ਭੋਜਨ ਨੂੰ ਕਦੇ ਵੀ ਉਬਾਲ ਕੇ ਸੁਰੱਖਿਅਤ ਨਹੀਂ ਕਰ ਸਕਦੇ। ਇਸ ਕਰਕੇ ਅਸੀਂ ਭੋਜਨ ਨੂੰ ਉਬਾਲ ਕੇ ਭੋਜਨ ਸੁਰੱਖਿਅਤ ਨਹੀਂ ਕਰ ਸਕਦੇ। ਤਾਂ ਤੁਹਾਡਾ ਉੱਤਰ ਹੈ ਉਬਾਲ ਕੇ। ਕੁਐਸਚਨ ਨੰਬਰ 9, ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ? ਸੋਡੀਅਮ ਬਾਈਕਾਰਬੋਨੇਟ, ਸਟ੍ਰੈਪਟੋਮਾਈਸਿਨ, ਐਲਕੋਹਲ ਅਤੇ ਖਰੀਬ। ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਇਹਨਾਂ ਵਿੱਚੋਂ ਪ੍ਰਤੀਜੈਵਿਕ ਦਵਾਈ ਕਿਹੜੀ ਹੈ। ਤੁਸੀਂ ਪ੍ਰਤੀਜੈਵਿਕ ਦਵਾਈਆਂ ਦੇ ਬਾਰੇ ਜਾਣਦੇ ਹਨ। ਇਹ ਦਵਾਈਆਂ ਬਿਮਾਰੀ ਦੇ ਕਾਰਨ ਬਣੇ ਸੂਖਮ ਜੀਵਾਂ ਨੂੰ ਜਾਂ ਤਾਂ ਮਾਰ ਦਿੰਦੀਆਂ ਹਨ ਜਾਂ ਫਿਰ ਉਹਨਾਂ ਦੀ ਵ੍ਰਿਧੀ ਨੂੰ ਰੋਕ ਦਿੰਦੀਆਂ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਨੂੰ ਪ੍ਰਤੀਜੈਵਿਕ ਦਵਾਈਆਂ ਆਖਿਆ ਜਾਂਦਾ ਹੈ। ਤਾਂ ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ, ਸਟ੍ਰੈਪਟੋਮਾਈਸਿਨ ਪ੍ਰਤੀਜੈਵਿਕ ਦਵਾਈ ਹੈ। ਕੁਐਸਚਨ ਨੰਬਰ 10, ਕੇਕ ਬਣਾਉਣ ਵੇਲੇ ਖਮੀਰ ਬੜੀ ਤੇਜ਼ੀ ਨਾਲ ਪ੍ਰਜਨਨ ਕਰਦਾ ਹੈ ਅਤੇ ਕਿਹੜੀ ਗੈਸ ਪੈਦਾ ਕਰਦਾ ਹੈ? ਹਾਈਡਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ। ਅਸੀਂ ਕੁਐਸਚਨ ਨੰਬਰ 1 ਕੁਐਸਚਨ ਨੰਬਰ 6 ਵਿੱਚ ਪੜ੍ਹ ਚੁੱਕੇ ਹਾਂ ਕਿ ਅਸੀਂ ਖਮੀਰ ਦੀ ਵਰਤੋਂ ਵੱਖ-ਵੱਖ ਕੰਮਾਂ ਦੇ ਲਈ ਕੀਤੀ ਹੈ। ਅਸੀਂ ਇਹ ਵੀ ਪੜ੍ਹਿਆ ਹੈ ਕਿ ਖਮੀਰ ਦੀ ਵਰਤੋਂ ਅਸੀਂ ਬ੍ਰੈਡ, ਇਡਲੀ ਅਤੇ ਕੇਕ ਬਣਾਉਣ ਦੇ ਲਈ ਵੀ ਕੀਤੀ ਜਾਂਦੀ ਹੈ। ਅਤੇ ਅਸੀਂ ਇਹ ਵੀ ਪੜ੍ਹਿਆ ਹੈ ਕਿ ਆਟੇ ਦੇ ਫੁੱਲਣ ਦਾ ਕਾਰਨ ਕੀ ਹੈ? ਖਮੀਰ ਸੈੱਲਾਂ ਦਾ ਵਾਧਾ। ਇਸ ਕਿਰਿਆ ਦੌਰਾਨ ਖਮੀਰ ਬੜੀ ਤੇਜ਼ੀ ਨਾਲ ਜਨਨ ਕਿਰਿਆ ਕਰਦੇ ਹੈ ਅਤੇ ਸਾਹ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਹੈ, ਜਿਸ ਕਰਕੇ ਇਹ ਗੈਸ ਦੇ ਬੁਲਬੁਲੇ ਆਟੇ ਵਿੱਚ ਫੈਲ ਜਾਂਦੇ ਹਨ, ਜਿਸ ਕਰਕੇ ਇਸ ਦਾ ਆਇਤਨ ਵੱਧ ਜਾਂਦਾ ਹੈ, ਜਿਵੇਂ ਕਿ ਤੁਸੀਂ ਚਿੱਤਰ ਦੇ ਵਿੱਚ ਦੇਖ ਸਕਦੇ ਹੋ। ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਹੜੀ ਗੈਸ ਪੈਦਾ ਹੁੰਦੀ ਹੈ? ਕਾਰਬਨ ਡਾਈਆਕਸਾਈਡ ਗੈਸ। ਕੁਐਸਚਨ ਨੰਬਰ 11, ਸਿਟਰਸ ਕੈਂਕਰ ਨਾਮਕ ਪੌਦਾ ਰੋਗ ਦੇ ਕਿਸ ਕਾਰਨ ਹੁੰਦਾ ਹੈ? ਚਿੱਤਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਨਿੰਬੂ ਅਤੇ ਉਹਦੇ ਪੱਤਿਆਂ ਨੂੰ ਇੱਕ ਰੋਗ ਲੱਗਿਆ ਹੋਇਆ ਹੈ, ਜਿਸ ਕਰਕੇ ਤੁਹਾਨੂੰ ਇਸ ਉੱਪਰ ਕੁਝ ਨੀਲੇ ਰੰਗ ਦੇ ਜਾਮਨੀ ਰੰਗ ਦੇ ਨਿਸ਼ਾਨ ਦਿਖਾਈ ਦੇ ਰਹੇ ਹੋਣਗੇ। ਕੀ ਤੁਸੀਂ ਦੱਸ ਸਕਦੇ ਹੋ ਕਿ ਪੌਦਿਆਂ ਵਿੱਚ ਇਸ ਰੋਗ ਦਾ ਕਾਰਨ ਕਿਹੜੇ ਸੂਖਮ ਜੀਵ ਹੁੰਦੇ ਹਨ ਅਤੇ ਇਹ ਕਿਸ ਰਾਹੀਂ ਫੈਲਦਾ ਹੈ? ਜੀਵਾਣੂ, ਉੱਲੀ, ਪ੍ਰੋਟੋਜੋਆ, ਵਿਸ਼ਾਣੂ। ਇਸ ਰੋਗ ਦਾ ਕਾਰਨ ਜੀਵਾਣੂ ਹੁੰਦੇ ਹਨ ਅਤੇ ਇਹ ਹਵਾ ਦੁਆਰਾ ਫੈਲਦਾ ਹੈ। ਕੁਐਸਚਨ ਨੰਬਰ 12, ਛੜ ਦੇ ਆਕਾਰ ਦੇ ਜੀਵਾਣੂ ਨੂੰ ਕੀ ਕਹਿੰਦੇ ਹਨ? ਬੈਸਿਲਸ, ਕੋਕਸ, ਵਿਬਰਿਓ, ਸਪਿਰਿਲਮ। ਤੁਸੀਂ ਇਸ ਚਿੱਤਰ ਦੇ ਵਿੱਚ ਜੀਵਾਣੂ ਦੇਖ ਰਹੇ ਹੋਵੋਗੇ। ਜੀਵਾਣੂ ਵੀ ਕਈ ਤਰ੍ਹਾਂ ਦੇ ਹੁੰਦੇ ਹਨ, ਇਹਨਾਂ ਦੀ ਵੀ ਕਈ ਤਰ੍ਹਾਂ ਦੀ ਕਿਸਮਾਂ ਹੁੰਦੀਆਂ ਹਨ। ਕੀ ਤੁਸੀਂ ਇਸ ਚਿੱਤਰ ਵਿੱਚ ਦਿਖਾਏ ਗਏ
ਜੀਵਾਣੂ ਦੇ ਬਾਰੇ ਦੱਸ ਸਕਦੇ ਹੋ ਕਿ ਇਸ ਨੂੰ ਕੀ ਕਹਿੰਦੇ ਹਨ? ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਜਿਹੜਾ ਜੀਵਾਣੂ ਹੈ ਇਹ ਛੜ ਦੇ ਆਕਾਰ ਦਾ ਹੈ। ਕੀ ਤੁਸੀਂ ਹੁਣ ਅੰਦਾਜ਼ਾ ਲਗਾ ਸਕਦੇ ਹੋ ਕਿ ਛੜ ਦੇ ਆਕਾਰ ਦੇ ਜੀਵਾਣੂ ਨੂੰ ਕੀ ਕਹਿੰਦੇ ਹਨ? ਬਿਲਕੁਲ ਸਹੀ, ਬੈਸੀਲਸ। ਕੁਐਸਚਨ ਨੰਬਰ 13, ਇੱਕ ਤੰਦਰੁਸਤ ਸਰੀਰ ਵਿੱਚ ਜਾਣ-ਬੁੱਝ ਕੇ ਕਮਜ਼ੋਰ ਰੋਗਾਣੂਆਂ ਦਾ ਟੀਕਾ ਲਗਵਾਉਣ ਅਤੇ ਮਜ਼ਬੂਤ ਰੋਗਾਣੂਆਂ ਵਿਰੁੱਧ ਲੜਨ ਲਈ ਐਂਟੀਬਾਡੀਜ਼ ਪੈਦਾ ਕਰਨ ਨੂੰ ਕੀ ਕਹਿੰਦੇ ਹਨ? ਦਵਾਈ, ਰੋਗਾਣੂਨਾਸ਼ਕ, ਟੀਕਾਕਰਨ ਅਤੇ ਉਪਰੋਕਤ ਸਾਰੇ। ਇਸ ਕਿਰਿਆ ਦੇ ਵਿੱਚ ਜਾਣ-ਬੁੱਝ ਕੇ ਕਮਜ਼ੋਰ ਰੋਗਾਣੂਆਂ ਨੂੰ ਆਪਣੇ ਸਰੀਰ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ ਤਾਂ ਕਿ ਉਹ ਮਜ਼ਬੂਤ ਰੋਗਾਣੂਆਂ ਦੇ ਵਿਰੁੱਧ ਲੜ ਸਕਣ ਅਤੇ ਆਪਣੀ ਬੋਡੀ ਦੇ ਵਿੱਚ, ਆਪਣੇ ਸਰੀਰ ਦੇ ਵਿੱਚ ਉਹ ਐਂਟੀਬਾਡੀਜ਼ ਜਾਂ ਪ੍ਰਤੀਪਿੰਡ ਪੈਦਾ ਕਰ ਸਕਣ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਇਸ ਸਮੇਂ ਕਰੋਨਾ ਬਿਮਾਰੀ ਕਾਰਨ ਬਹੁਤ ਸਾਰੇ ਲੋਕ ਮਰ ਰਹੇ ਹਨ ਅਤੇ ਵਿਗਿਆਨਿਕਾਂ ਨੇ ਉਹਨਾਂ ਨੂੰ ਠੀਕ ਕਰਨ ਦਾ ਇੱਕ ਤਰੀਕਾ ਵੀ ਨਿਕਾਲ ਲਿਆ ਹੈ। ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਉਹ ਤਰੀਕਾ ਕੀ ਹੈ ਅਤੇ ਇਸ ਦਾ ਉੱਤਰ ਕੀ ਹੈ? ਬਿਲਕੁਲ ਸਹੀ, ਟੀਕਾਕਰਨ। ਟੀਕਾਕਰਨ ਪ੍ਰਕਿਰਿਆ ਰਾਹੀਂ ਸਾਡੇ ਸਰੀਰ ਵਿੱਚ ਕਮਜ਼ੋਰ ਰੋਗਾਣੂਆਂ ਨੂੰ ਦਾਖਲ ਕੀਤਾ ਜਾਂਦਾ ਹੈ ਤਾਂ ਕਿ ਉਹ ਸਾਡੇ ਸਰੀਰ ਵਿੱਚ ਪ੍ਰਤੀਪਿੰਡ ਐਂਟੀਬਾਡੀਜ਼ ਨੂੰ ਪੈਦਾ ਕਰ ਸਕਣ। ਕੁਐਸਚਨ ਨੰਬਰ 14, ਕਿਸੇ ਉਤਪਾਦ ਨੂੰ ਜਿਵੇਂ ਦੁੱਧ ਨੂੰ ਅੰਸ਼ਿਕ ਰੂਪ 'ਤੇ ਉੱਚ ਤਾਪਮਾਨ 'ਤੇ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਇੱਕਦਮ ਠੰਡਾ ਕੀਤਾ ਜਾਂਦਾ ਹੈ, ਇਸ ਕਿਰਿਆ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਅਸੀਂ ਦੁੱਧ ਪ੍ਰਾਪਤ ਕਰਨ ਮਗਰੋਂ ਉਸ ਨੂੰ ਉਬਾਲਦੇ ਹਾਂ ਅਤੇ ਫਿਰ ਉਸ ਨੂੰ ਠੰਡਾ ਕਰਨ ਲਈ ਛੱਡ ਦਿੰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਇਹ ਜਿਹਾ ਕਿਉਂ ਕਰਦੇ ਹਾਂ? ਬਿਲਕੁਲ ਸਹੀ, ਤਾਂ ਕਿ ਸੂਖਮ ਜੀਵਾਂ ਦਾ ਵਾਧਾ ਨਾ ਹੋ ਸਕੇ ਅਤੇ ਦੁੱਧ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਤੁਸੀਂ ਇਸ ਤਸਵੀਰ ਦੇ ਵਿੱਚ ਵੇਰਕਾ ਦੇ ਦੁੱਧ ਦੇ ਪੈਕਟ ਦੇਖ ਰਹੇ ਹੋਵੋਗੇ। ਇਹ ਵੇਰਕਾ ਦੇ ਪੈਕਟ ਨੂੰ ਕਾਫੀ ਸਮੇਂ ਪਹਿਲਾਂ ਤਿਆਰ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਸਪਲਾਈ ਕੀਤੀ ਜਾਂਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਦੁੱਧ ਖਰਾਬ ਕਿਉਂ ਨਹੀਂ ਹੁੰਦਾ? ਇਸ ਨੂੰ ਇੱਕ ਕਿਰਿਆ ਰਾਹੀਂ ਸਟੋਰ ਕੀਤਾ ਜਾਂਦਾ ਹੈ। ਇਸ ਦੁੱਧ ਨੂੰ ਸਭ ਤੋਂ ਪਹਿਲਾਂ 70 ਸੈਂਟੀਗ੍ਰੇਡ ਉੱਪਰ 15 ਤੋਂ 30 ਸੈਕਿੰਡ ਲਈ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਇੱਕਦਮ ਠੰਡਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਸੂਖਮ ਜੀਵਾਂ ਦਾ ਵਾਧਾ ਨਾ ਹੋ ਸਕੇ ਅਤੇ ਦੁੱਧ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕੀ ਤੁਸੀਂ ਹੁਣ ਦੱਸ ਸਕਦੇ ਹੋ ਕਿ ਇਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਪਾਸਚਰਾਈਜੇਸ਼ਨ, ਫਿਲਟਰੇਸ਼ਨ, ਅਚਾਰ, ਫਰਿੱਜ। ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ। ਇਸ ਕਿਰਿਆ ਨੂੰ ਪਾਸਚਰਾਈਜੇਸ਼ਨ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਰਾਹੀਂ ਅਸੀਂ ਦੁੱਧ ਵਰਗੇ ਉਤਪਾਦ ਨੂੰ ਕਾਫੀ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ। ਇਸ ਪ੍ਰਕਿਰਿਆ ਰਾਹੀਂ ਦੁੱਧ ਵਿੱਚ ਸੂਖਮ ਜੀਵਾਂ ਦਾ ਵਾਧਾ ਨਹੀਂ ਹੁੰਦਾ। ਕੁਐਸਚਨ ਨੰਬਰ 15,
ਚਿੱਤਰ ਵਿੱਚ ਦਿਖਾਏ ਗਏ ਸੂਖਮ ਜੀਵ ਦਾ ਨਾਂ ਦੱਸੋ। ਇਹ ਇੱਕ ਤਰ੍ਹਾਂ ਦਾ ਸੂਖਮ ਜੀਵ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਦਾ ਨਾਮ ਕੀ ਹੈ? ਤੁਹਾਨੂੰ ਇਸ ਦੀ ਸ਼ਕਲ ਦੇਖ ਕੇ ਅੰਦਾਜ਼ਾ ਹੋ ਗਿਆ ਹੋਵੇਗਾ। ਇਸ ਦੀ ਬਣਤਰ ਚੱਪਲ ਵਾਂਗ ਮਿਲਦੀ ਹੈ। ਕੀ ਹੁਣ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਹੜਾ ਸੂਖਮ ਜੀਵ ਹੈ? ਅਮੀਬਾ, ਪੈਰਾਮੀਸ਼ੀਅਮ, ਯੂਗਲੀਨਾ ਐਂਡ ਅਮੀਬਾ। ਇਹ ਜੀਵਾਣੂ ਦੀ ਇੱਕ ਕਿਸਮ ਹੈ। ਤਾਂ ਹੁਣ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਸ ਜੀਵਾਣੂ ਦਾ ਨਾਂ ਕੀ ਹੈ। ਬਿਲਕੁਲ ਸਹੀ, ਪੈਰਾਮੀਸ਼ੀਅਮ। ਕੁਐਸਚਨ ਨੰਬਰ 16, ਹੇਠ ਲਿਖਿਆਂ ਵਿੱਚੋਂ ਕਲੋਰੋਫਿਲ ਕਿਸ ਵਿੱਚ ਮੌਜੂਦ ਹੁੰਦੀ ਹੈ ਅਤੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕਰਦਾ ਹੈ? ਅਮੀਬਾ, ਨੀਲੀ ਹਰਿਕਾਈ, ਪ੍ਰੋਟੋਜੋਆ, ਉਪਰੋਕਤ ਸਾਰੇ। ਚਿੱਤਰ ਦੇ ਵਿੱਚ ਤੁਹਾਨੂੰ ਅਮੀਬਾ, ਨੀਲੀ ਹਰਿਕਾਈ ਅਤੇ ਪ੍ਰੋਟੋਜੋਆ ਦਿਖਾਏ ਗਏ ਹਨ। ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਗਿਆ ਸੀ ਕਿ ਅਸੀਂ ਸੂਖਮ ਜੀਵਾਂ ਨੂੰ 4 ਭਾਗਾਂ ਵਿੱਚ ਵਰਗੀਕ੍ਰਿਤ ਕੀਤਾ ਹੈ: ਜੀਵਾਣੂ, ਉੱਲੀਆਂ, ਪ੍ਰੋਟੋਜੋਆ ਅਤੇ ਕਾਈ। ਸਾਨੂੰ ਪਤਾ ਹੈ ਕਿ ਕਲੋਰੋਫਿਲ ਇਹਨਾਂ ਦੇ ਵਿੱਚੋਂ ਕਿਸ ਵਿੱਚ ਹੁੰਦੀ ਹੈ ਅਤੇ ਉਹ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਆਪਣਾ ਭੋਜਨ ਆਪ ਬਣਾਉਂਦੇ ਹਨ। ਤਾਂ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਸ ਦਾ ਉੱਤਰ ਕੀ ਹੈ। ਬਿਲਕੁਲ ਸਹੀ, ਨੀਲੀ ਹਰੀ ਕਾਈ। ਕੁਐਸਚਨ ਨੰਬਰ 17, ਹੇਠ ਲਿਖਿਆਂ ਵਿੱਚੋਂ ਕਿਹੜਾ ਲਾਗ ਦਾ ਰੋਗ ਹੈ? ਲਾਗ ਦੇ ਰੋਗ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਹਵਾ ਰਾਹੀਂ, ਕਿਸੇ ਦੇ ਸੰਪਰਕ ਰਾਹੀਂ ਇੱਕ ਦੂਸਰੇ ਤੋਂ ਫੈਲਦੇ ਹਨ। ਤੁਸੀਂ ਚਿੱਤਰ ਰਾਹੀਂ ਦੇਖ ਸਕਦੇ ਹੋ ਕਿ ਖੰਘ ਰਾਹੀਂ, ਛਿੱਕ ਰਾਹੀਂ, ਸਾਹ ਰਾਹੀਂ ਜਾਂ ਇੱਕ ਦੂਜੇ ਦੇ ਕੋਲ ਸੰਪਰਕ ਨਾਲ ਇਹ ਰੋਗ ਫੈਲਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਵਿੱਚੋਂ ਕਿਹੜਾ ਲਾਗ ਦਾ ਰੋਗ ਹੈ? ਸ਼ੂਗਰ, ਚੇਚਕ, ਅਲਜ਼ਾਈਮਰ, ਕੈਂਸਰ। ਬਿਲਕੁਲ ਸਹੀ, ਚੇਚਕ। ਕੁਐਸਚਨ ਨੰਬਰ 18, ਕਿਹੜਾ ਸੂਖਮ ਜੀਵ ਏਡਜ਼ ਦਾ ਕਾਰਨ ਬਣਦਾ ਹੈ? ਪ੍ਰੋਟੋਜੋਆ, ਬੈਕਟੀਰੀਆ, ਵਿਸ਼ਾਣੂ, ਐਲਗੀ। ਇਸ ਚਿੱਤਰ ਦੇ ਵਿੱਚ ਇਹ ਸੂਖਮ ਜੀਵ ਦਿਖਾਇਆ ਗਿਆ ਹੈ ਜੋ ਕਿ ਏਡਜ਼ ਦਾ ਕਾਰਨ ਬਣਦਾ ਹੈ। ਬੇਟਾ, ਏਡਜ਼ ਇੱਕ ਨਾ ਇਲਾਜ ਬਿਮਾਰੀ ਹੈ ਜੋ ਕਿ ਇੱਕ ਸੂਖਮ ਜੀਵ ਦੁਆਰਾ ਫੈਲਦੀ ਹੈ। ਇਸ ਦੀ ਫੁੱਲ ਫਾਰਮ ਹੈ ਐਕਵਾਇਰਡ ਅਮੀਨੋ ਡੈਫੀਸ਼ੀਐਂਸੀ ਸਿੰਡਰੋਮ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਦੇ ਫੈਲਣ ਦਾ ਕਾਰਨ ਕੀ ਹੈ? ਇਹ ਲਿੰਗੀ ਸੰਪਰਕ ਰਾਹੀਂ ਜਾਂ ਇੱਕ ਨੀਡਲ ਦੀ ਵਰਤੋਂ ਵਾਰ-ਵਾਰ ਕਰਨ ਰਾਹੀਂ ਜਾਂ ਫਿਰ HIV ਪੋਜ਼ਿਟਿਵ ਖੂਨ ਚੜਾਉਣ ਦੇ ਦੁਆਰਾ ਫੈਲਦਾ ਹੈ। ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇਸ ਦਾ ਕਾਰਨ ਕੀ ਹੈ। ਬਿਲਕੁਲ ਸਹੀ, ਵਿਸ਼ਾਣੂ। ਜੈਮ ਅਤੇ ਅਚਾਰ ਵਿੱਚ ਵਰਤਿਆ ਜਾਣ ਦਾ ਇੱਕ ਆਮ ਪਰਿਰਖਕ ਹੈ। ਅਸੀਂ ਦੇਖਦੇ ਹਾਂ ਕਿ ਜੈਮ ਅਤੇ ਅਚਾਰ ਕਾਫੀ ਲੰਬੇ ਸਮੇਂ ਤੱਕ ਸੁਰੱਖਿਅਤ ਰਹਿ ਸਕਦੇ ਹਨ ਕਿਉਂਕਿ ਇਹਨਾਂ ਵਿੱਚ ਇੱਕ ਪਰਿਰਖਕ ਮਿਲਾਇਆ ਜਾਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਪਰਿਰਖਕ ਕਿਹੜਾ ਹੈ? ਸੋਡੀਅਮ ਬੈਂਜੋਏਟ, ਨਾਈਟ੍ਰਿਕ ਐਸਿਡ, ਸੋਡੀਅਮ ਕਲੋਰਾਈਡ, ਕਾਪਰ ਸਲਫੇਟ। ਬਿਲਕੁਲ ਸਹੀ ਬੇਟਾ, ਸੋਡੀਅਮ ਬੈਂਜੋਏਟ ਨਾਮ ਦਾ ਪਰਿਰਖਕ ਇਹਨਾਂ ਦੇ ਵਿੱਚ ਮਿਲਾਇਆ ਜਾਂਦਾ ਹੈ। ਕੁਐਸਚਨ ਨੰਬਰ 20,
ਜਲਮਈ ਭੋਜਨ ਲੜੀ ਵਿੱਚ ਐਲਗੀ ਦੀ ਕੀ ਸਥਿਤੀ ਹੈ? ਖਪਤਕਾਰ ਦੀ, ਉਤਪਾਦਕ ਦੀ, ਮੇਜ਼ਬਾਨ ਦੀ, ਆਕਾਰ ਵਿੱਚ ਛੋਟਾ ਦੀ। ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਐਲਗੀ ਦੀ ਸਥਿਤੀ ਕੀ ਹੈ। ਅਸੀਂ ਸ਼ੁਰੂ ਵਿੱਚ ਪੜ੍ਹਿਆ ਸੀ ਕਿ ਐਲਗੀ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਰਾਹੀਂ ਆਪਣਾ ਭੋਜਨ ਆਪ ਬਣਾਉਂਦੇ ਹਨ ਅਤੇ ਤੁਹਾਨੂੰ ਪਤਾ ਹੈ ਕਿ ਜੋ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਬਿਲਕੁਲ ਸਹੀ, ਉਤਪਾਦਕ। ਬੇਟਾ ਮੈਂ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਯਾਦ ਵੀ ਹੋ ਗਏ ਹੋਣਗੇ ਅਤੇ ਸਮਝ ਵੀ ਆ ਗਏ ਹੋਣਗੇ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਰੋਨਾ ਮਹਾਮਾਰੀ ਕਰਕੇ ਆਪਣਾ ਬਚਾਵ ਰੱਖੋ। ਧੰਨਵਾਦ।